ਵੀ ਬ੍ਰਾਹਮਣ ਦੇ ਡੀਐਨਏ ਦੇ ਵਿੱਚ ਸ਼ੂਦਰ ਅੰਸ਼ ਨੇ, ਦਲਿਤ ਡੀਐਨਏ ਦੇ ਵਿੱਚ ਬ੍ਰਾਹਮਣ ਅੰਸ਼ ਨੇ। ਸੋ 70 ਪੀੜ੍ਹੀਆਂ ਪਹਿਲੇ ਭਾਰਤ ਦੇ ਲੋਕ ਖੁੱਲ੍ਹੇ ਤੌਰ ਤੇ ਇੱਕ ਦੂਜੇ ਨਾਲ ਘੁਲਦੇ ਮਿਲਦੇ ਸਨ, ਤੇ ਇਸ ਕਰਕੇ ਖਾਲਸ ਨਸਲ ਭਾਰਤ ਦੇ ਅੰਦਰ ਹੋਣੀ ਬਿਲਕੁਲ ਹੀ ਇੱਕ ਬੇਬੁਨਿਆਦ ਗੱਲ ਹੈ ਕਿ ਸਾਰੇ ਮਨੁੱਖਾਂ ਦਾ ਜਿਹੜਾ ਦੀ ਮਾਂ ਸਾਂਝੀ ਹੈ, ਤੇ ਉਹ ਮਾਂ ਅਫਰੀਕਾ ਵਿੱਚ ਰਹਿੰਦੀ ਸੀ। ਸਾਰੇ ਮਨੁੱਖ ਅਫਰੀਕਾ ਤੋਂ ਆਏ ਤੇ ਵੱਖ-ਵੱਖ ਸਮੇਂ ਦੇ ਉੱਤੇ ਦੁਨੀਆ ਵਿੱਚ ਫੈਲ ਗਏ। ਜਿਵੇਂ ਕਿਹਾ ਜਾਂਦਾ ਹੈ ਕਿ ਰੱਬ ਨੇ ਮਨੁੱਖ ਨੂੰ ਆਪਣੀ ਮੂਰਤ 'ਚ ਬਣਾਇਆ ਤੇ ਬਾਕੀ ਦੇ ਜਾਨਵਰ ਐਵੇਂ ਹੀ ਧਰਤੀ ਤੋਂ ਉੱਠੇ। ਇਸ ਗੱਲ ਦੇ ਖਿਲਾਫ ਜਿਹੜੀ ਸਭ ਤੋਂ ਵੱਡੀ ਆਰਗੂਮੈਂਟ ਉਹ ਸਵੰਤੇ ਪਾਬੋ ਦੇ ਕੰਮ 'ਚੋਂ ਮਿਲਦੀ ਹੈ ਕਿ ਨਾ ਸਿਰਫ ਮਨੁੱਖ ਹੋਰ ਜੀਵਾਂ ਦੇ ਚੋਂ ਬਣਿਆ ਹੈ, ਸਗੋਂ ਉਹਨਾਂ ਜੀਵਾਂ ਨਾਲ ਰਲ ਮਿਲ ਕੇ ਬੱਚੇ ਵੀ ਪੈਦਾ ਕਰਦਾ ਰਿਹਾ ਹੈ। ਕਿ ਇਹਨਾਂ ਸਾਰਿਆਂ 'ਚੋਂ ਸਭ ਤੋਂ ਜ਼ਿਆਦਾ ਵਾਇਲੈਂਟ ਔਰ ਅਗਰੈਸਿਵ ਮਨੁੱਖ ਹੀ ਸੀ। ਇਹਨਾਂ ਸਾਰੇ ਜਿਹੜੇ ਮਨੁੱਖ ਵਰਗੇ ਜੀਵ ਸੀ, ਇਹਨਾਂ ਸਾਰਿਆਂ ਤੋਂ ਵੱਧ ਜ਼ਿੰਦਗੀ ਮਨੁੱਖ ਵਿੱਚ ਸੀ। ਇਸ ਕਰਕੇ ਮਨੁੱਖ ਨੇ ਉਹਨਾਂ ਨੂੰ ਖਤਮ ਕਰਤਾ। ਕਿ ਸਾਰੇ ਮਨੁੱਖ ਇੱਕੋ ਜਿਹੇ ਨੇ, ਜੋ ਸਾਨੂੰ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਹੈ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨਬੋ। ਇਸ ਗੱਲ ਨੂੰ ਵਿਗਿਆਨਕ ਢੰਗ ਨਾਲ ਸਾਬਤ ਕਰਨ ਵਾਸਤੇ ਡੀਐਨਏ ਦੀ ਖੋਜ ਬਹੁਤ ਮਹੱਤਵਪੂਰਨ ਹੈ। ਪਰ ਇਹ ਗੱਲ ਇਸ ਤੋਂ ਵੀ ਅੱਗੇ ਜਾਂਦੀ ਹੈ। ਸਿਰਫ ਮਾਨਸ ਕੀ ਜਾਤ ਨਹੀਂ, ਜਿਹੜੇ ਨਹੀਂ ਵੀ ਮਾਨਸ, ਉਹਨਾਂ ਨਾਲ ਵੀ ਸਾਡਾ ਇੱਕ ਰਿਸ਼ਤਾ ਹੈ। ਅਸੀਂ ਜਾਨਵਰਾਂ ਤੋਂ ਇੰਨੇ ਵੱਖਰੇ ਨਹੀਂ, ਜਾਨਵਰਾਂ ਤੋਂ ਵੀ ਬਣੇ ਆ ਤੇ ਉਹਨਾਂ ਨਾਲ ਘੁਲਦੇ ਮਿਲਦੇ ਆਏ। ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਦੋਂ ਤੋਂ ਮਨੁੱਖ ਹੋਂਦ ਵਿੱਚ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਸਮਾਂ ਬੀਤਣ ਦੇ ਨਾਲ ਉਸ ਨੂੰ ਸੋਝੀ ਆਈ ਹੈ, ਤਾਂ ਉਸਨੇ ਕੁਝ ਸਵਾਲ ਸੋਚਣੇ ਸ਼ੁਰੂ ਕੀਤੇ ਕਿ ਮਨੁੱਖ ਦੀ ਹੋਂਦ ਹੋਈ ਕਿੱਥੋਂ ਹੈ, ਮਨੁੱਖ ਆਇਆ ਕਿੱਥੋਂ ਹੈ, ਮਨੁੱਖ ਦਾ ਆਪਦੇ ਆਲੇ ਦੁਆਲੇ ਨਾਲ, ਕੁਦਰਤ ਨਾਲ ਜਾਂ ਹੋਰ ਜੀਵਾਂ ਨਾਲ ਰਿਸ਼ਤਾ ਕੀ ਹੈ। ਤਾਂ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ, ਵਿਗਿਆਨ ਨੇ ਤਰੱਕੀ ਕੀਤੀ, ਤਾਂ ਵਿਗਿਆਨੀਆਂ ਨੇ ਕਾਢਾਂ ਕੱਢੀਆਂ, ਨਵੀਆਂ ਥਿਊਰੀਜ਼ ਲੈ ਕੇ ਆਏ ਔਰ ਨਵੀਆਂ ਕਾਢਾਂ ਦੇ ਵਿੱਚ ਇਹ ਸਾਬਤ ਕੀਤਾ ਕਿ ਕਿਸ ਤਰੀਕੇ ਦੇ ਨਾਲ ਮਨੁੱਖ ਦਾ ਕੁਦਰਤ ਨਾਲ, ਆਪਣੇ ਨਾਲ ਦੇ ਹੋਰ ਜੀਵਾਂ ਨਾਲ ਰਿਸ਼ਤਾ ਕੀ ਹੈ। ਤਾਂ ਹੁਣੇ ਨਵੀਆਂ ਖੋਜਾਂ ਹੋਈਆਂ ਨੇ। ਤਾਂ ਇਸ ਵਾਰ ਦਾ ਜਿਹੜਾ ਨੋਬਲ ਪੁਰਸਕਾਰ ਮਿਲਿਆ ਮੈਡੀਸਿਨ ਲਈ, ਸਵੀਡਨ ਦੇ ਸਾਇੰਸਦਾਨ ਸਵੰਤੇ ਪਾਬੋ ਜੀ ਨੂੰ ਮਿਲਿਆ। ਉਹਨਾਂ ਦੀ ਖੋਜ ਵੀ ਇਸੇ ਵਿਸ਼ੇ 'ਤੇ ਹੀ ਹੈ। ਆਪਾਂ ਉਹਨਾਂ ਦੀ ਖੋਜ ਬਾਰੇ ਗੱਲ ਕਰਾਂਗੇ ਤੇ ਮਨੁੱਖ ਦੇ ਹੋਰ ਜੀਵਾਂ ਦੇ ਨਾਲ ਰਿਸ਼ਤੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਪ੍ਰੋਫੈਸਰ ਅਰਵਿੰਦ ਜੀ ਨੇ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਸਰ ਸਵਾਗਤ ਹੈ ਜੀ, ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਆਏ ਜੀ। ਸਰ ਜਿਵੇਂ ਕਿ ਆਪਾਂ ਗੱਲਬਾਤ ਕਰ ਰਹੇ ਹਾਂ ਸਵੰਤੇ ਪਾਬੋ ਜੀ ਦੇ, ਜੋ ਉਹਨਾਂ ਨੇ ਨਵੀਂ ਕਾਢ ਕੱਢੀ ਹੈ, ਨਵੀਂ ਖੋਜ ਕੀਤੀ ਹੈ, ਜੋ ਮਨੁੱਖ ਦੇ ਆਪਦੇ ਵਰਗੇ ਜੀਵਾਂ ਦੇ ਨਾਲ ਉਹਦਾ ਰਿਸ਼ਤਾ ਕੀ ਹੈ, ਇਸ ਖੋਜ ਦੇ ਮਾਅਨੇ ਕੀ ਨੇ, ਉਹ ਖੋਜ ਕੀ ਕਹਿੰਦੀ ਹੈ। ਪਹਿਲਾਂ ਸਾਨੂੰ ਥੋੜ੍ਹਾ ਜਿਹਾ ਇਸ ਗੱਲ ਦੇ ਪਿਛੋਕੜ 'ਚ ਜਾਣ ਦੀ ਲੋੜ ਹੈ ਕਿ ਹਰ ਜਿਹੜਾ ਜੀਵ ਹੈ ਉਹਦੇ ਅੰਦਰ ਡੀਐਨਏ ਹੁੰਦਾ ਹੈ। ਡੀਐਨਏ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਕੌਣ ਹੈ। ਜਿਵੇਂ ਮਨੁੱਖ ਦਾ ਡੀਐਨਏ ਹੈ, ਬਾਂਦਰ ਦਾ ਡੀਐਨਏ ਹੈ, ਪੌਦਿਆਂ 'ਚ ਵੀ ਡੀਐਨਏ ਹੈ। ਤਾਂ ਡੀਐਨਏ ਸੈੱਲ ਦੇ ਦੋ ਹਿੱਸਿਆਂ 'ਚ ਹੁੰਦਾ ਹੈ। ਇੱਕ ਅਸੀਂ ਨੂੰ ਨਿਊਕਲੀਅਸ ਕਹਿੰਦੇ ਹਾਂ, ਜਿਹਦੇ 'ਚ ਸਾਰੀ ਜੈਨੇਟਿਕ ਇਨਫੋਰਮੇਸ਼ਨ ਹੁੰਦੀ ਹੈ, ਤੇ ਪਰ ਸੈੱਲ ਦੇ ਵਿੱਚ ਇੱਕ ਹੋਰ ਹਿੱਸਾ ਵੀ ਹੁੰਦਾ ਮਾਈਟੋਕਾਂਡਰੀਆ, ਉਹਦੇ ਵਿੱਚ ਵੀ ਡੀਐਨਏ ਹੁੰਦਾ ਹੈ। ਹੁਣ ਇਹ ਡੀਐਨਏ ਆਉਂਦਾ ਕਿੱਥੋਂ ਹੈ? ਇਹ ਡੀਐਨਏ ਸਾਨੂੰ ਆਪਣੇ ਮਾਂ-ਬਾਪ ਤੋਂ ਮਿਲਦਾ ਹੈ। ਹਰ ਜੀਵ ਨੂੰ ਆਪਣੇ ਮਾਂ-ਬਾਪ ਤੋਂ ਮਿਲਦਾ ਹੈ। ਜਿਹੜਾ ਨਿਊਕਲੀਅਸ ਵਾਲਾ ਡੀਐਨਏ ਹੈ ਉਹ ਮਾਂ ਤੇ ਬਾਪ ਤੋਂ ਅੱਧਾ ਮਿਲਦਾ ਹੈ, ਤੇ ਮਾਈਟੋਕਾਂਡਰੀਆ ਵਾਲਾ ਡੀਐਨਏ ਸਿਰਫ ਮਾਂ ਤੋਂ ਮਿਲਦਾ ਹੈ। ਤੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਅਸੀਂ ਦੋ ਮਨੁੱਖਾਂ ਦੇ ਡੀਐਨਏ ਨੂੰ ਇੱਕ ਦੂਜੇ ਦੇ ਨਾਲ ਸਾਹਮਣੇ ਰੱਖ ਕੇ ਸਨਮੁਖ ਦੇਖੀਏ ਤੇ ਉਹਨਾਂ ਦੇ ਵਿੱਚ ਕੁਝ ਅੰਤਰ ਹੋਣਗੇ, ਕਈ ਥਾਵਾਂ 'ਤੇ ਉਹ ਰਲਦੇ ਹੋਣਗੇ, ਕਿਉਂਕਿ ਸਮੇਂ ਦੇ ਨਾਲ ਰੈਂਡਮ ਤਬਦੀਲੀਆਂ ਆਉਂਦੀਆਂ ਨੇ ਡੀਐਨਏ 'ਚ, ਜਿਨ੍ਹਾਂ ਨੂੰ ਅਸੀਂ ਮਿਊਟੇਸ਼ਨਸ ਕਹਿੰਦੇ ਹਾਂ। ਉਹ ਇੱਕ ਕਿਸਮ ਦਾ ਕਲੌਕ ਹੈ ਕਿ ਕੁਝ ਤਬਦੀਲੀ ਆਉਂਦੀ ਰਹਿੰਦੀ, ਬਦਲਾਅ ਆਉਂਦਾ ਰਹਿੰਦਾ। ਉੱਥੋਂ ਅਸੀਂ ਇਹ ਪਤਾ ਕਰ ਸਕਦੇ ਹਾਂ, ਜੇ ਸਾਨੂੰ ਪਹਿਲਾ ਸੈਂਪਲ ਪਤਾ ਹੋਵੇ ਕਿ ਕਿੰਨੇ ਸਮੇਂ ਦੇ ਵਿੱਚ ਇਹ ਬਦਲਾਅ ਆਇਆ ਹੈ। ਹੁਣ ਜੇ ਅਸੀਂ ਦੋ ਮਨੁੱਖਾਂ ਦਾ ਮਾਈਟੋਕਾਂਡਰੀਅਲ ਡੀਐਨਏ ਲਈਏ ਤੇ ਉਹਨੂੰ ਇੱਕ ਦੂਜੇ ਨਾਲ ਰਲਾ ਕੇ ਵੇਖੀਏ, ਤੇ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦੀ ਕਿੰਨਾ ਸਮਾਂ ਪਹਿਲੇ ਇਤਿਹਾਸ ਵਿੱਚ ਇਹਨਾਂ ਦੀ ਮਾਂ ਸਾਂਝੀ ਸੀ। ਸੋ ਇਸੇ ਗੱਲ ਨੂੰ ਵਰਤਦੇ ਹੋਏ 30-35 ਸਾਲ ਪਹਿਲੇ ਜਿਹੜੀ ਖੋਜ ਸ਼ੁਰੂ ਹੋਈ, ਉਹਦੇ ਤੋਂ ਇਹ ਸਾਬਤ ਹੋਇਆ ਕਿ ਸਾਰੇ ਮਨੁੱਖਾਂ ਦਾ ਜਿਹੜਾ ਦੀ ਮਾਂ ਸਾਂਝੀ ਹੈ, ਤੇ ਉਹ ਮਾਂ ਅਫਰੀਕਾ ਵਿੱਚ ਰਹਿੰਦੀ ਸੀ। ਸਾਰੇ ਮਨੁੱਖ ਅਫਰੀਕਾ ਤੋਂ ਆਏ ਤੇ ਵੱਖ-ਵੱਖ ਸਮੇਂ ਦੇ ਉੱਤੇ ਦੁਨੀਆ ਵਿੱਚ ਫੈਲ ਗਏ। ਪਰ ਇਹ ਤਾਂ ਗੱਲ 25-30 ਸਾਲ ਤੋਂ ਚੱਲ ਰਹੀ ਹੈ। ਹੁਣ ਇਸ ਤੋਂ ਅਗਲਾ ਸਵਾਲ ਇਹ ਹੁੰਦਾ ਹੈ ਕਿ ਜੇ ਅਸੀਂ ਕਿਸੇ ਡੀਐਨਏ ਨੂੰ ਸੀਕੁਐਂਸ ਕਰਨਾ ਹੈ ਤੇ ਸਾਨੂੰ ਕਿੰਨਾ ਕੁ ਸੈਂਪਲ ਚਾਹੀਦਾ ਹੈ ਤੇ ਕਿਸ ਤਰ੍ਹਾਂ ਦੇ ਕੰਪਿਊਟਰ ਚਾਹੀਦੇ ਆ। ਇਹ ਕੰਮ ਨੂੰ ਬਹੁਤ ਮੁਸ਼ਕਿਲ ਗਿਣਿਆ ਜਾਂਦਾ ਸੀ।
ਸਮੇਂ ਦੇ ਨਾਲ ਬਹੁਤ ਸਾਰੀਆਂ ਨਵੀਆਂ ਖੋਜਾਂ ਹੋਈਆਂ ਤੇ ਸਵੰਤੇ ਪਾਬੋ ਦੀ ਖਾਸ ਜਿਹੜਾ ਉਹਦਾ ਕੰਮ ਇਹ ਹੈ ਕਿ ਬਹੁਤ ਥੋੜੇ ਜਿਹੇ ਡੀਐਨਏ ਤੋਂ ਬਹੁਤ ਥੋੜੇ ਜਿਹੇ ਮਤਲਬ ਸੈਂਪਲ ਤੋਂ ਡੀਐਨਏ ਦੀ ਐਨਾਲਿਸਿਸ ਕੀਤੀ ਜਾਏ ਤੇ ਉਹਦੇ ਵਿੱਚ ਜਿਵੇਂ ਸਾਨੂੰ ਪੁਰਾਣੇ ਵਿਸ਼ੇਸ਼ ਮਿਲਦੇ ਆ, ਸਾਨੂੰ ਕੋਈ ਕੰਗਾਰ ਮਿਲਦਾ ਹੈ, ਉਹ ਹੱਡੀ ਦੇ ਉੱਤੇ ਥੋੜਾ ਜਿਹਾ ਕੋਈ ਮਾਸ ਦਾ ਟੁਕੜਾ ਜਾਂ ਖੂਨ ਹੈ, ਉਹਦੇ ਵਿੱਚੋਂ ਵੀ ਅਸੀਂ ਜੇ ਸਾਨੂੰ ਸੈਂਪਲ ਮਿਲੇ ਤੇ ਡੀਐਨਏ ਨੂੰ ਸੀਕੁਐਂਸ ਕਰ ਸਕੀਏ। ਸਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਥੋੜਾ ਜਿਹਾ, ਜਿਵੇਂ ਕਿ ਆਮ ਭਾਸ਼ਾ 'ਚ ਆਪਾਂ ਕਹਿੰਦੇ ਨੇ ਵੀ ਥੋੜਾ ਜਿਹਾ, ਸਾਇੰਸ ਦੀ ਭਾਸ਼ਾ ਵਿੱਚ ਉਹ ਥੋੜਾ ਜਿਹਾ ਕਿੰਨਾ ਕੁ ਹੈ? ਉਹ ਮਿਲੀਗ੍ਰਾਮਾਂ 'ਚ ਹੁੰਦਾ ਹੈ, ਪਰ ਤੁਸੀਂ ਇਹਨੂੰ ਆਮ ਭਾਸ਼ਾ 'ਚ ਦੱਸਣਾ ਜ਼ਿਆਦਾ ਜ਼ਰੂਰੀ ਹੈ ਕਿ ਜਿਵੇਂ ਕੋਈ ਹੱਡੀ ਮਿਲਦੀ ਹੈ, ਹੱਡੀ ਦੇ ਉੱਤੇ ਥੋੜਾ ਜਿਹਾ ਖੂਨ ਲੱਗਾ ਹੋਇਆ ਹੈ ਤੇ ਹੋ ਸਕਦਾ ਉਹ 20 ਲੱਖ ਸਾਲ ਪੁਰਾਣਾ ਹੋਵੇ, ਉਹ ਥੋੜੇ ਜਿਹੇ ਖੂਨ ਦੇ ਸੈਂਪਲ ਤੋਂ ਹੀ ਅਸੀਂ ਡੀਐਨਏ ਨੂੰ ਸੀਕੁਐਂਸ ਕਰ ਸਕਦੇ ਹਾਂ। ਸੋ ਇਸ ਜਿਹੜੀ ਤਕਨੀਕ ਹੈ ਉਹਨੂੰ ਵਰਤਦੇ ਹੋਏ ਸਵੰਤੇ ਪਾਬੋ ਨੇ ਜੋ ਫੰਡਾਮੈਂਟਲ ਕੰਮ ਇਹ ਕੀਤਾ ਕਿ ਜਦੋਂ ਮਨੁੱਖ ਧਰਤੀ ਤੇ ਫੈਲੇ ਤੇ ਮਨੁੱਖਾਂ ਨਾਲ ਰਲਦੇ ਮਿਲਦੇ ਹੋਰ ਵੀ ਜੀਵ ਸਨ ਜਿਨ੍ਹਾਂ ਨੂੰ ਹੋਮਿਨਿਨ ਕਿਹਾ ਜਾਂਦਾ ਹੈ, ਉਹਨਾਂ 'ਚ ਖਾਸ ਕਰਕੇ ਨੀਐਂਡਰਥਾਲ ਤੇ ਜਿਹੜੇ ਸਾਡੇ ਡੈਨੀਸੋਵਾ ਤੇ ਕ੍ਰੋਮੈਗਨਾਨ, ਇਹ 3 ਜੀਵਾਂ ਦਾ ਨਾਮ ਲਿਆ ਜਾਂਦਾ ਹੈ ਜਿਹੜੇ ਮਨੁੱਖ ਨਹੀਂ ਸਨ ਪਰ ਮਨੁੱਖ ਵਰਗੇ ਸਨ। ਹਾਂਜੀ, ਉਹਨਾਂ ਦਾ ਜਿਹੜਾ ਡੀਐਨਏ ਹੈ ਉਹਨਾਂ 'ਚੋਂ ਖਾਸ ਕਰਕੇ ਨੀਐਂਡਰਥਾਲ ਦਾ ਤੇ ਡੈਨੀਸੋਵਾ ਦਾ ਡੀਐਨਏ ਸਵੰਤੇ ਪਾਬੋ ਜੀ ਨੇ ਉਹਦੀ ਸੀਕੁਐਂਸਿੰਗ ਕੀਤੀ ਤੇ ਉਹਨੂੰ ਮਨੁੱਖ ਦੇ ਡੀਐਨਏ ਨਾਲ ਰਲਾ ਕੇ ਵੇਖਿਆ ਤੇ ਜਦੋਂ ਉਹਨਾਂ ਨੇ ਮਨੁੱਖ ਦੇ ਡੀਐਨਏ ਨਾਲ ਰਲਾ ਕੇ ਵੇਖਿਆ ਤੇ ਉਹਦੇ 'ਚੋਂ ਬਹੁਤ ਹੀ ਰੌਚਕ परिणाम ਨਿਕਲੇ ਤੇ ਸਭ ਤੋਂ ਵੱਡਾ परिणाम ਉਹ 'ਚੋਂ ਇਹ ਨਿਕਲਿਆ ਕਿ ਭਾਵੇਂ ਜਿਹੜੇ ਸੀਗੇ ਸਾਡੇ ਨੀਐਂਡਰਥਾਲ ਉਹ ਵੱਖਰੇ ਜੀਵ ਸਨ ਪਰ ਉਹਨਾਂ ਤੇ ਮਨੁੱਖਾਂ ਦੇ ਵਿਚਕਾਰ ਬੱਚੇ ਪੈਦਾ ਹੋ ਸਕਦੇ ਸਨ। ਤੇ ਇੱਕ ਦੂਜੇ ਨਾਲ ਮਿਕਸਿੰਗ ਉਹਨਾਂ ਦੀ ਇਸ ਤਰ੍ਹਾਂ ਹੋਈ ਕਿ ਉਹ ਸਰੀਰਕ ਸੰਬੰਧ ਬਣਾਉਂਦੇ ਸਨ ਤੇ ਉਹਨਾਂ 'ਚੋਂ ਕੁਝ ਬੱਚੇ ਵੀ ਪੈਦਾ ਹੋ ਸਕਦੇ ਸਨ ਕਿਉਂਕਿ ਸਾਡੇ ਵਿੱਚ ਨੀਐਂਡਰਥਾਲ ਡੀਐਨਏ ਮੌਜੂਦ ਹੈ। ਸੋ ਇਹਦਾ ਜਿਹੜਾ ਬਹੁਤ ਹੀ ਅਹਿਮ ਇਹਦਾ ਜੋ ਮਹੱਤਵਪੂਰਨ ਪਾਰਟ ਹੈ ਉਹ ਇਹ ਹੈ ਕਿ ਜਿਵੇਂ ਕਿਹਾ ਜਾਂਦਾ ਹੈ ਕਿ ਰੱਬ ਨੇ ਮਨੁੱਖ ਨੂੰ ਆਪਣੀ ਮੂਰਤ 'ਚ ਬਣਾਇਆ ਤੇ ਬਾਕੀ ਦੇ ਜਾਨਵਰ ਐਵੇਂ ਹੀ ਧਰਤੀ ਤੋਂ ਉੱਠੇ। ਇਸ ਗੱਲ ਦੇ ਖਿਲਾਫ ਜਿਹੜੀ ਸਭ ਤੋਂ ਵੱਡੀ ਆਰਗੂਮੈਂਟ ਉਹ ਸਵੰਤੇ ਪਾਬੋ ਦੇ ਕੰਮ 'ਚੋਂ ਮਿਲਦੀ ਹੈ ਕਿ ਨਾ ਸਿਰਫ ਮਨੁੱਖ ਹੋਰ ਜੀਵਾਂ ਦੇ 'ਚੋਂ ਬਣਿਆ ਹੈ ਸਗੋਂ ਉਹਨਾਂ ਜੀਵਾਂ ਨਾਲ ਰਲ ਮਿਲ ਕੇ ਬੱਚੇ ਵੀ ਪੈਦਾ ਕਰਦਾ ਰਿਹਾ ਹੈ। ਜੇ ਆਪਾਂ ਉਹਨਾਂ ਜੀਵਾਂ ਬਾਰੇ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ ਕਿ ਸਾਡੇ ਦਰਸ਼ਕ ਜਾਣ ਸਕਣ, ਜਿਵੇਂ ਕਿ ਨੀਐਂਡਰਥਲ ਬਾਰੇ ਥੋੜਾ ਦੱਸੋ ਵੀ ਉਹ ਮਨੁੱਖ ਵਰਗਾ ਸੀ ਤਾਂ ਮਨੁੱਖ ਤੋਂ ਵੱਖ ਕਿੰਨਾ ਕੁ ਸੀ? ਮਨੁੱਖ ਤੋਂ ਉਹਦਾ ਇੱਕ ਤੇ ਆਕਾਰ ਵੱਡਾ ਸੀ, ਉਹ ਵੱਡੇ ਜੁੱਸੇ ਵਾਲਾ ਸੀ, ਉਹ ਬੋਲਦਾ ਨਹੀਂ ਸੀ। ਮਨੁੱਖ ਬੋਲ ਸਕਦਾ ਸੀ, ਜਦੋਂ ਤੱਕ ਅੱਜ ਤੱਕ ਜੋ ਵੀ ਸਾਨੂੰ ਵਿਸ਼ੇਸ਼ ਮਿਲਦੇ ਆ ਉਹ ਬੋਲ ਨਹੀਂ ਸੀ ਸਕਦਾ। ਉਹ ਵੀ ਵੈਸੇ ਅਫਰੀਕਾ ਤੋਂ ਹੀ ਆਏ ਤੇ ਮਨੁੱਖ ਵਾਂਗ ਹੀ ਧਰਤੀ ਦੇ ਸਾਰੇ ਹਿੱਸਿਆਂ ਵਿੱਚ ਫੈਲ ਗਏ। ਪਰ ਇਸ ਤੋਂ ਵੀ ਰੌਚਕ ਗੱਲ ਇਹ ਹੈ ਕਿ ਮਨੁੱਖ ਜੋ ਅੱਜ ਕਿਉਂ ਗਏ ਕਿੱਥੇ ਉਹ? ਜੇ ਮਨੁੱਖ ਉਹ ਇਹਨਾਂ 10 ਲੱਖ ਸਾਲਾਂ 'ਚ ਮਨੁੱਖ ਹੈਗਾ ਸੀ ਤੇ ਹੁਣ ਵੀ ਹੈਗਾ ਹੈ ਤੇ ਨੀਐਂਡਰਥਾਲ ਕਿੱਥੇ ਗਏ? ਕ੍ਰੋਮੈਗਨਾਨ ਕਿੱਥੇ ਗਏ? ਡੈਨੀਸੋਵਾ ਕਿੱਥੇ ਗਏ? ਇਸ ਵੇਲੇ ਜੋ ਪ੍ਰਚਲਿਤ ਸਾਡੇ ਕੋਲ ਸਿਧਾਂਤ ਹੈ ਉਹਦੇ ਮੁਤਾਬਕ ਮਨੁੱਖ ਨੇ ਹੀ ਉਹਨਾਂ ਨੂੰ ਲੁਪਤ ਹੋਣ ਵੱਲ ਧੱਕਾ ਦਿੱਤਾ। ਕਿਉਂ ਇਸ ਤਰ੍ਹਾਂ ਦਿੱਤਾ ਵੀ ਉਹੀ ਗੁਫਾਵਾਂ ਮਨੁੱਖ ਨੇ ਵਰਤਣੀਆਂ ਸਨ, ਉਹੀ ਕਿਸਮ ਦੀ, ਕਿਉਂਕਿ ਉਹ ਵੀ 2 ਲੱਤਾਂ ਤੇ ਤੁਰਨ ਵਾਲਾ ਮਨੁੱਖ ਵਰਗਾ ਜੀਵ ਸੀ। ਜਿਸ ਤਰ੍ਹਾਂ ਦਾ ਰਹਿਣ ਸਹਿਣ ਮਨੁੱਖ ਦਾ ਸੀ ਲਗਭਗ ਉਸੇ ਤਰ੍ਹਾਂ ਦਾ ਰਹਿਣ ਸਹਿਣ ਉਹਦਾ ਸੀ। ਸੋ ਇਹਨੂੰ ਕਹਿੰਦੇ ਨਿਸ਼ ਕੰਪੀਟੀਸ਼ਨ ਬਾਇਓਲੋਜੀ 'ਚ ਕਿ ਮਨੁੱਖ ਦੀ ਸਰਵਾਈਵਲ ਵਾਸਤੇ ਜ਼ਰੂਰੀ ਸੀ ਵੀ ਉਹਨਾਂ ਨੂੰ ਧੱਕਾ ਦਿੱਤਾ ਜਾਵੇ, ਪੁਸ਼ ਕੀਤਾ ਜਾਵੇ ਤੇ ਇਸ ਕਰਕੇ ਉਹ ਲੁਪਤ ਹੋ ਗਏ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਸਾਰਿਆਂ 'ਚੋਂ ਸਭ ਤੋਂ ਜ਼ਿਆਦਾ ਵਾਇਲੈਂਟ ਔਰ ਅਗਰੈਸਿਵ ਮਨੁੱਖ ਹੀ ਸੀ। ਇਹਨਾਂ ਸਾਰੇ ਜਿਹੜੇ ਮਨੁੱਖ ਵਰਗੇ ਜੀਵ ਸੀ ਇਹਨਾਂ ਸਾਰਿਆਂ ਤੋਂ ਵੱਧ ਦਰਿੰਦਗੀ ਮਨੁੱਖ ਵਿੱਚ ਸੀ, ਇਸ ਕਰਕੇ ਮਨੁੱਖ ਨੇ ਉਹਨਾਂ ਨੂੰ ਖਤਮ ਕਰਤਾ। ਥੋੜਾ ਜਿਹਾ ਡੈਨੀਸੋਵਾ ਜੀਵ ਬਾਰੇ ਵੀ ਦੱਸੋ ਜੀ, ਵੀ ਉਹ ਕਿਸ ਤਰ੍ਹਾਂ ਦੇ ਸੀ? ਮਨੁੱਖਾਂ ਨਾਲੋਂ ਕਿੰਨੇ ਕੁ ਰਲਦੇ ਮਿਲਦੇ ਸੀ, ਕਿੰਨੇ ਕੁ ਵੱਖ ਸੀ? ਵੇਖੋ ਮੇਰਾ ਇਹ ਸਿੱਧਾ ਤੇ ਵਿਸ਼ਾ ਨਹੀਂ ਹੈ, ਉਹ ਵੀ ਮਨੁੱਖਾਂ ਵਰਗੇ ਸੀ। ਉਹ ਥੋੜੇ ਜਿਹੇ ਪਹਾੜੀ ਇਲਾਕਿਆਂ ਵਿੱਚ ਇਸ ਤਰ੍ਹਾਂ ਰਹਿੰਦੇ ਸੀ ਤੇ ਥੋੜੇ ਥਾਵਾਂ ਤੇ ਰਹਿੰਦੇ ਸੀ। ਉਹਨਾਂ ਦੀ ਗਿਣਤੀ ਨੀਐਂਡਰਥਾਲਸ ਨਾਲੋਂ ਘੱਟ ਸੀ। ਉਹਨਾਂ ਬਾਰੇ ਬਹੁਤਾ ਅਜੇ ਮਿਲਦਾ ਵੀ ਨਹੀਂ ਹੈ ਕਿਉਂਕਿ ਡੈਨੀਸੋਵਾ ਦੀ ਹੋਂਦ ਬਾਰੇ ਵੀ ਹੁਣੇ ਥੋੜੀ ਦੇਰ ਪਹਿਲੇ ਪਤਾ ਲੱਗਾ ਕਿ ਡੈਨੀਸੋਵਾ ਵਰਗੇ ਜੀਵ ਵੀ ਹੈਗੇ ਸੀ। ਇਸ ਖੋਜ ਤੋਂ ਪਤਾ ਲੱਗਾ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜੀ ਕਿ ਸਵੰਤੇ ਪਾਬੋ ਜੀ ਨੂੰ ਉਹ ਅਵਸ਼ੇਸ਼ ਕਿਵੇਂ ਮਿਲੇ ਜਿਹਦੇ ਨਾਲ ਉਹਨਾਂ ਨੇ ਉਹ ਖੋਜ ਕੀਤੀ, ਉਹ ਵੀ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਉਹ ਇਸ ਤਰ੍ਹਾਂ ਕਿ ਉਹ ਗੁਫਾਵਾਂ ਦੇ ਵਿੱਚ ਉਹਨਾਂ ਨੂੰ ਇਹ ਪਤਾ ਸੀ ਵੀ ਮੈਂ ਉਹ ਇਸ ਕੰਮ ਦੇ ਪਿੱਛੇ ਕਾਫੀ ਦੇਰ ਤੋਂ ਲੱਗੇ ਹੋਏ ਸੀ। ਤਾਂ ਉਹਨਾਂ ਨੇ ਜਿਵੇਂ ਅਸੀਂ ਫੋਸਿਲ ਲੱਭਦੇ ਹਾਂ ਵੀ ਪੁਰਾਣੇ ਅਵਸ਼ੇਸ਼ ਲੱਭਦੇ ਹਾਂ ਤੇ ਉਹਨਾਂ ਨੇ ਇਹ ਅਵਸ਼ੇਸ਼ ਜਿਵੇਂ ਡੈਨੀਸੋਵਾ ਦੀਆਂ ਗੁਫਾ ਨੇ ਉਹਨਾਂ 'ਚੋਂ ਜਾ ਕੇ ਉਹਨਾਂ ਨੇ ਉਹਨਾਂ ਦੀ ਜਿਹੜੀ ਸਾਰੀ ਟੀਮ ਹੈ ਉਹਨਾਂ ਨੇ ਧਰਤੀ ਵਿੱਚੋਂ ਪੁੱਟ ਕੇ ਉਹ ਹੱਡੀਆਂ ਉਹ ਵਿਸ਼ੇਸ਼ ਲੱਭੇ। ਤੇ ਨੀਐਂਡਰਥਾਲ ਦੀ ਹੱਡੀ ਤੇ ਪਹਿਲਾਂ ਹੀ ਲੱਭੀ ਹੋਈ ਸੀ, ਉਹ ਲੱਭੀ ਹੋਈ ਹੱਡੀ ਤੋਂ ਹੀ ਉਹਨਾਂ ਨੇ ਉਹਦੇ ਤੋਂ ਖੂਨ ਦਾ ਸੈਂਪਲ ਲਿਆ। ਉਹ ਉਹਨਾਂ ਨੇ ਨਹੀਂ ਸੀ ਲੱਭੀ, ਨੀਐਂਡਰਥਾਲ ਦਾ ਜਿਹੜਾ ਸਕੈਲੇਟਨ ਹੈ ਉਹ ਹੋਰ ਵਿਗਿਆਨੀ ਪਹਿਲੇ ਲੱਭ ਚੁੱਕੇ ਸੀ।
ਤਾਂ ਆਪਾਂ ਜਿਵੇਂ ਗੱਲ ਕਰਦੇ ਹਾਂ ਜੀ ਕਿ ਖਾਲਸ ਨਸਲਾਂ ਦੀ ਬੜੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੱਭੀਆਂ ਜਾਣ, ਤੁਸੀਂ ਲਿਖਿਆ ਵੀ, ਫਿਰ ਇਹਦੇ ਨਾਲੋਂ ਸਾਰੀ ਮਿੱਥ ਟੁੱਟਦੀ ਹੈ ਵੀ ਕੋਈ ਵੀ ਨਸਲ ਖਾਲਸ ਇਹ ਨਹੀਂ ਤੇ ਹੈ। ਉਹਦੀ ਅਖੀਰਲਾ ਸਟੈਪ ਹੈ। ਉਸ ਤੋਂ ਪਹਿਲੋਂ ਜਿਹੜਾ ਬਹੁਤ ਮਹੱਤਵਪੂਰਨ ਕੰਮ ਹੋਇਆ ਹੈ, ਉਹਦੇ 'ਚ ਦੋ ਕੰਮਾਂ ਦੇ ਬਾਰੇ ਮੈਂ ਗੱਲ ਕਰਨੀ ਚਾਹਾਂਗਾ ਜਿਹੜਾ ਸਾਡੇ ਦੇਸ਼ ਦੇ, ਭਾਰਤ ਦੇ ਸੰਦਰਭ ਵਿੱਚ ਬਹੁਤ ਮਹੱਤਵਪੂਰਨ ਹੈ। ਪਹਿਲੀ ਗੱਲ ਤੇ ਹੈ ਕਿ ਕਲਕੱਤਾ ਦੇ ਵਿੱਚ ਜਿਹੜੀ ਜੈਨੇਟਿਕ ਜੀਨੋਮਿਕਸ ਦੀ ਸੰਸਥਾ ਹੈ, ਉਹਨਾਂ ਨੇ ਇੱਕ ਕੰਮ ਕੀਤਾ ਕਿ ਭਾਰਤ ਦੇ ਵੱਖ-ਵੱਖ ਦੇ ਲੋਕਾਂ ਦੇ DNA ਸੈਂਪਲਸ ਨੂੰ ਇੱਕ ਦੂਜੇ ਨਾਲ ਰਲਾ ਕੇ ਵੇਖਿਆ, ਤੇ ਉੱਥੋਂ ਇਹ ਸਾਬਤ ਹੋਇਆ ਕਿ ਜਿਵੇਂ ਸਾਨੂੰ ਲੱਗਦਾ ਹੈ ਨਾ ਵੀ ਸਾਡਾ ਦੇਸ਼ ਜਾਤਾਂ 'ਚ ਵੰਡਿਆ ਹੋਇਆ ਹੈ, ਸਾਡਾ ਦੇਸ਼ ਜਿਹੜਾ ਉਹ ਵੱਖ-ਵੱਖ ਹਿੱਸਿਆਂ 'ਚ ਵੰਡਿਆ ਹੋਇਆ ਹੈ, ਤੇ ਜਿਵੇਂ ਲੋਕ ਬਹੁਤ ਵੱਖਰੇ ਹੈ, ਪਰ ਜੈਨੇਟਿਕ ਤੌਰ ਤੇ ਅਸੀਂ ਵੱਖਰੇ ਨਹੀਂ ਹਾਂ। ਉਹਨਾਂ ਨੂੰ ਇਹ ਲੱਭਾ ਵੀ ਬ੍ਰਾਹਮਣ ਦੇ DNA ਦੇ ਵਿੱਚ ਸ਼ੂਦਰ ਅੰਸ਼ ਨੇ, ਦਲਿਤ DNA ਦੇ ਵਿੱਚ ਬ੍ਰਾਹਮਣ ਅੰਸ਼ ਨੇ। ਸੋ 70 ਕੁ ਪੀੜ੍ਹੀਆਂ ਪਹਿਲੇ ਭਾਰਤ ਦੇ ਲੋਕ ਖੁੱਲ੍ਹੇ ਤੌਰ ਤੇ ਇੱਕ ਦੂਜੇ ਨਾਲ ਘੁਲਦੇ ਮਿਲਦੇ ਸਨ, ਤੇ ਇਸ ਕਰਕੇ ਖਾਲਸ ਨਸਲ ਭਾਰਤ ਦੇ ਅੰਦਰ ਹੋਣੀ ਬਿਲਕੁਲ ਹੀ ਇੱਕ ਬੇਬੁਨਿਆਦ ਗੱਲ ਹੈ। ਪਹਿਲਾਂ ਉਹ ਗੱਲ ਹੋਈ। ਦੂਸਰੀ ਜਿਹੜੀ ਗੱਲ ਇਹ ਹੋਈ ਕਿ ਭਾਰਤ ਦੇ ਲੋਕ ਕੌਣ ਨੇ। ਰਾਖੀ ਗੜ੍ਹੀ ਦੇ ਵਿੱਚੋਂ ਜਿਹੜੇ ਸਾਨੂੰ ਲੱਭੇ ਸਕੈਲੇਟਨ ਕੰਗਾਰ ਲੱਭੇ, ਉਹਨਾਂ ਦੇ ਵਿੱਚੋਂ ਸਵੰਤੇ ਪਾਬੋ ਦੀ ਹੀ ਟੈਕਨੀਕ ਨਾਲ ਥੋੜ੍ਹਾ ਜਿਹਾ ਜਿਹੜਾ DNA ਮਿਲਿਆ, ਉੱਥੋਂ ਇਹ ਸਾਬਤ ਹੋ ਗਿਆ ਕਿ ਅਜੋਕੇ ਭਾਰਤ ਦੇ ਲੋਕ ਉਹ ਨੇ ਜਿਹੜੇ ਆਰੀਆ ਜਾਂ ਜਿਹੜੇ ਸੈਂਟਰਲ ਏਸ਼ੀਆ ਤੋਂ ਮਨੁੱਖ ਆਏ ਉਹਨਾਂ ਦੀ, ਤੇ ਜਿਹੜੇ ਸਿੰਧ ਘਾਟੀ ਦੇ ਲੋਕ ਸੀ ਉਹਨਾਂ ਦੇ ਰਲਾ ਚੋਂ ਬਣੇ ਨੇ। ਇੱਥੇ ਲੋਕ ਪਹਿਲੋਂ ਰਹਿੰਦੇ ਸੀ। ਜਿਹੜੇ ਰਾਖੀ ਗੜ੍ਹੀ ਵਾਲੇ ਸਾਡੇ ਕੋਲ ਕੰਗਾਰ ਮਿਲਦੇ ਨੇ, ਉਹ ਲੋਕ ਨੇ ਜਿਹੜੇ ਪੁਰਾਣੇ ਨੇ, ਜਿਹੜੇ ਸਿੰਧ ਘਾਟੀ ਦੀ ਸੱਭਿਅਤਾ ਨਾਲ ਸੰਬੰਧਿਤ ਨੇ, ਉਹ ਮਨੁੱਖ। ਤੇ ਜਿਹੜੇ ਅੱਜ ਦੇ ਸਾਡੇ ਭਾਰਤ ਦੇ ਮਨੁੱਖ ਆ, ਉਹਨਾਂ ਦੇ ਵਿੱਚ ਬਹੁਤ ਸਾਰਾ ਕਾਮਨ DNA ਹੈ, ਤੇ ਪਰ ਦੂਸਰਾ ਵੀ DNA ਹੈਗਾ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਤੋਂ ਆਇਆ ਜਿਹੜੇ ਬਾਹਰੋਂ ਆਏ। ਹੁਣ ਇਹ ਕਹਿਣਾ ਵੀ ਉਹ ਕਿਸ ਤਰ੍ਹਾਂ ਆਏ ਉਹ ਵੱਖਰੀ ਗੱਲ ਹੈ, ਇਹਦੇ ਬਾਰੇ ਜੈਨੇਟਿਕ ਐਵੀਡੈਂਸ ਨਹੀਂ ਹੈ, ਪਰ ਉਹਨਾਂ ਦੇ ਵੀ ਮਿਸ਼ਰਣ ਚੋਂ ਅਜੋਕੇ ਭਾਰਤ ਦੀ ਜਿਹੜੀ ਆਬਾਦੀ ਹੈ ਉਹ ਉਹਨਾਂ ਦੋਵਾਂ ਦੇ ਮਿਸ਼ਰਣ ਚੋਂ ਬਣੀ। ਜਿਵੇਂ ਤੁਸੀਂ ਕਿਹਾ ਵੀ ਇਹ ਜਿਹੜੀ ਖੋਜ ਹੈ ਇਹ ਅਖੀਰਲਾ ਪੜਾਅ ਇਸ ਗੱਲ ਵੱਲ ਵੀ ਖਾਲਸ ਨਸਲਾਂ ਨੂੰ ਸਾਨੂੰ ਹੁਣ ਲੱਭਣ ਦੀ, ਉਸ ਪਾਸੇ ਵੱਲ ਨੂੰ ਜਾਣ ਦੀ ਲੋੜ ਨਹੀਂ ਹੈ। ਵਿਗਿਆਨ ਸਮਾਜ ਲਈ ਹੁੰਦਾ ਜੀ। ਇਸ ਵਿਗਿਆਨਕ ਖੋਜ ਦਾ ਸਮਾਜ ਤੇ ਕਿਸ ਤਰੀਕੇ ਦਾ ਅਸਰ ਪਵੇਗਾ ਜੀ? ਦੇਖੋ, ਜੇ ਥੋੜ੍ਹਾ ਜਿਹਾ ਇਤਿਹਾਸ ਵੱਲ ਜਾਈਏ ਤੇ ਇੱਕ ਸਮਾਂ ਸੀ ਜਦੋਂ ਵਿਗਿਆਨੀਆਂ ਨੂੰ ਇਹ ਕੰਮ ਦਿੱਤਾ ਜਾਂਦਾ ਸੀ ਕਿ ਤੁਸੀਂ ਸਾਬਤ ਕਰੋ ਕਿ ਜਿਹੜੇ ਕਕੇਸ਼ੀਅਨ ਯੂਰਪੀਅਨ ਹੁੰਦੇ ਆ ਉਹ ਸੁਪੀਰੀਅਰ ਨੇ, ਉਹਨਾਂ ਦਾ ਇਹ ਫਰਕ ਆ, ਉਹ ਫਰਕ ਆ। ਇਹ ਗੱਲ ਇਸ ਪਾਸੇ ਨੂੰ ਲੈ ਕੇ ਜਾਂਦੀ ਹੈ ਕਿ ਸਾਰੇ ਮਨੁੱਖ ਇੱਕੋ ਜਿਹੇ ਨੇ, ਜੋ ਸਾਨੂੰ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਹੈ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋ। ਇਸ ਗੱਲ ਨੂੰ ਵਿਗਿਆਨਕ ਢੰਗ ਨਾਲ ਸਾਬਤ ਕਰਨ ਵਾਸਤੇ DNA ਦੀ ਖੋਜ ਬਹੁਤ ਮਹੱਤਵਪੂਰਨ ਹੈ। ਪਰ ਇਹ ਗੱਲ ਇਸ ਤੋਂ ਵੀ ਅੱਗੇ ਜਾਂਦੀ ਹੈ। ਸਿਰਫ ਮਾਨਸ ਕੀ ਜਾਤ ਨਹੀਂ, ਜਿਹੜੇ ਨਹੀਂ ਵੀ ਮਾਨਸ, ਉਹਨਾਂ ਨਾਲ ਵੀ ਸਾਡਾ ਇੱਕ ਰਿਸ਼ਤਾ ਹੈ। ਅਸੀਂ ਜਾਨਵਰਾਂ ਤੋਂ ਇੰਨੇ ਵੱਖਰੇ ਨਹੀਂ, ਜਾਨਵਰਾਂ ਤੋਂ ਵੀ ਬਣੇ ਆ ਤੇ ਉਹਨਾਂ ਨਾਲ ਘੁਲਦੇ ਮਿਲਦੇ ਆਏ ਜੀ। ਭਾਵੇਂ ਕਿ ਤੁਸੀਂ ਸਾਇੰਸਦਾਨ ਹੋ ਜੀ, ਪਰ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਵੀ ਜਿਵੇਂ ਕੁਝ ਲੋਕ ਪੋਲਿਟਿਕਸ ਦੇ ਵਿੱਚ ਇਹ ਗੱਲ ਜ਼ਰੂਰ ਵਰਤਦੇ ਨੇ, ਨਸਲਾਂ ਦੀ ਗੱਲ ਕਰਕੇ, ਜਾਤ ਦੀ ਗੱਲ ਕਰਕੇ, ਫਿਰ ਉਹ 'ਤੇ ਵੀ ਅਸਰ ਪਵੇਗਾ? ਬਿਲਕੁਲ ਅਸਰ ਪਵੇਗਾ। ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਸੀ ਉਹ ਪੋਲਿਟਿਕਸ ਲਈ ਹੀ ਵਰਤੀ ਜਾ ਰਹੀ ਸੀ। ਜਿਹੜੀ ਗੱਲ ਮੈਂ ਤੁਹਾਨੂੰ ਦੱਸੀ, ਜਦੋਂ ਨਾਜ਼ੀ ਜਰਮਨੀ ਦੇ ਵਿੱਚ ਨਾਜ਼ੀ ਉੱਪਰ ਆਉਂਦੇ ਨੇ ਤੇ ਉਹ ਇਸ ਗੱਲ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਵੀ ਆਹ ਨਸਲ ਖਾਲਿਸ ਆ, ਆਹ ਨਸਲ ਵਧੀਆ ਹੈ, ਉਹ ਦੂਜੀ ਹੈ। ਇਹ ਪੋਲਿਟਿਕਸ ਵਿੱਚ ਹਮੇਸ਼ਾ ਹੀ ਹੁੰਦਾ ਆਇਆ ਹੈ ਤੇ ਹੁਣ ਵੀ ਹੋ ਰਿਹਾ ਹੈ। ਤੇ ਇਸ ਕਰਕੇ ਇਹ ਖੋਜ ਸਾਨੂੰ ਵਿਗਿਆਨਕ ਤੌਰ ਤੇ ਇਹ ਦੱਸਦੀ ਹੈ ਔਰ ਸਾਬਤ ਕਰਦੀ ਹੈ ਕਿ ਇਸ ਤਰ੍ਹਾਂ ਦੇ ਪੋਲੀਟੀਕਲ ਏਜੰਡੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ, ਤੇ ਮਨੁੱਖਾਂ, ਜੀਵਾਂ, ਸਾਰੀ ਧਰਤੀ ਦੇ ਉੱਤੇ ਜੋ ਜੀਵਨ ਹੈ ਇਹਦਾ ਜਿਹੜਾ ਇੱਕ ਦੂਜੇ ਨਾਲ ਰਲਾ ਹੈ ਉਹ ਜ਼ਿਆਦਾ ਮਹੱਤਵਪੂਰਨ। ਜਿਵੇਂ ਆਪਾਂ ਕਨਕਲੂਡ ਕਰਦੇ ਹਾਂ ਜੀ ਗੱਲ ਨੂੰ, ਜਿਵੇਂ ਤੁਸੀਂ ਵੀ ਆਪਦੇ ਲੇਖ ਦੇ ਅੰਤ ਵਿੱਚ ਲਿਖਿਆ ਵੀ ਇਹ ਭਵਿੱਖ ਦੇ ਗਰਭ ਦੇ ਵਿੱਚ ਪਿਆ, ਵੀ ਕੀ ਆਪਾਂ ਉਹਨਾਂ ਅਵਸ਼ੇਸ਼ਾਂ ਤੋਂ ਉੱਥੋਂ DNA ਇਕੱਠਾ ਕਰਕੇ ਕਿ ਉਸ ਤਰੀਕੇ ਦਾ ਉਹ ਜੀਵ ਦੁਬਾਰਾ ਪੈਦਾ ਹੋ ਸਕਦਾ ਜੀ? ਨਹੀਂ, ਇੱਕ ਜਿਹਨੂੰ ਕਹਿ ਸਕਦੇ ਹਾਂ ਵੀ ਇਹ ਸੋਚਣ ਵਾਲੀ ਗੱਲ ਆ। ਅਜੇ ਤੱਕ ਤੇ ਵਿਗਿਆਨ ਇੱਥੇ ਨਹੀਂ ਪਹੁੰਚਿਆ ਕਿ ਅਸੀਂ DNA ਤੋਂ ਪੂਰਾ ਜੀਵ ਪੈਦਾ ਕਰ ਸਕੀਏ, ਪਰ ਵਿਗਿਆਨ ਇਹ ਕਹਿੰਦਾ ਹੈ ਕਿ ਜੋ ਵੀ ਇਨਫੋਰਮੇਸ਼ਨ ਹੈ, ਜੋ ਸੂਚਨਾ ਜੀਵ ਨੂੰ ਬਣਾਉਣ ਵਾਸਤੇ ਚਾਹੀਦੀ ਹੈ, ਉਹਦੇ DNA ਵਿੱਚ ਮੌਜੂਦ ਹੁੰਦੀ ਹੈ। ਤੇ ਇਸ ਕਰਕੇ ਹੋ ਸਕਦਾ ਇੱਕ ਦਿਨ ਇਹੋ ਜਿਹਾ ਆਵੇ ਕਿ ਜਦੋਂ ਅਸੀਂ ਨਿਐਂਡਰਥਾਲ ਨੂੰ ਦੁਬਾਰਾ ਪੈਦਾ ਕਰ ਸਕੀਏ, ਹੈ ਨਾ। ਇਹਦੇ ਹੋਰ ਵੀ ਬਹੁਤ ਸਾਰੇ ਪਹਿਲੂ ਨੇ, ਇਹਦੇ ਫਲਸਫੇ ਦੇ ਹਿਸਾਬ ਤੋਂ ਜਾਂ ਇਹਦੇ ਮਤਲਬ ਕਿ ਐਥਿਕਸ ਦੇ ਹਿਸਾਬ ਤੋਂ ਵੀ ਪਹਿਲੂ ਨੇ ਕਿ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ ਹੈ। ਪਰ ਵਿਗਿਆਨ ਹੀ ਕਹਿੰਦਾ ਹੈ ਕਿ ਜੇ ਸਾਡੇ ਕੋਲ DNA ਸੀਕੁਐਂਸ ਹੋ ਜਾਂਦਾ ਹੈ ਤੇ ਉਹ ਜੀਵ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ। ਕਿਵੇਂ ਬਣਾਇਆ ਜਾਏਗਾ, ਇਹਨੂੰ 50 ਸਾਲ, 100 ਸਾਲ, 200 ਸਾਲ ਲੱਗ ਸਕਦੇ ਆ, ਪਰ ਇਹ ਸੰਭਵ ਹੈ। ਬਹੁਤ ਬਹੁਤ ਧੰਨਵਾਦ ਜੀ। ਸੋ ਵਿਗਿਆਨ ਦੇ ਵਿੱਚ ਬਹੁਤ ਕੁਝ ਸੰਭਵ ਹੈ, ਜਿਵੇਂ ਕਿ ਖੋਜਾਂ ਹੋਈਆਂ ਨੇ ਕਿ ਮਨੁੱਖ ਦੀਆਂ ਜਿਹੜੀਆਂ ਸਾਰੀਆਂ ਨਸਲਾਂ ਨੇ
ਉਹਨਾਂ ਦੇ ਆਪਸ ਵਿੱਚ ਰਿਸ਼ਤੇ ਸੀਗੇ। ਤਾਂ ਇਹਦੇ ਸਮਾਜ ਤੇ ਪੋਲਿਟਿਕਸ ਤੇ ਜ਼ਰੂਰ ਅਸਰ ਹੋਣਗੇ। ਅਸੀਂ ਉਮੀਦ ਕਰਦੇ ਹਾਂ ਕਿ ਪੋਜ਼ਿਟਿਵ ਅਸਰ ਹੋਣ। ਸੋ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ, ਆਪਣੀ ਰਾਏ ਸੁਝਾਅ ਕਮੈਂਟ ਬਾਕਸ 'ਚ ਜ਼ਰੂਰ ਲਿਖਿਓ ਜੇ। ਇਸ ਵੀਡੀਓ ਨੂੰ ਸਾਂਝੀ ਵੀ ਜ਼ਰੂਰ ਕਰਿਓ ਜੇ। ਦੇਖਦੇ ਰਹੋ ਦੁਨੀਆ।